ਸਤਿ ਸ਼੍ਰੀ ਅਕਾਲ। ਅਜੀਤ ਵੈਬ ਟੀਵੀ ਵੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਮੈਂ ਪਰਮਜੀਤ ਕੌਰ ਸੈਣੀ ਨਿੱਘਾ ਸਵਾਗਤ ਕਰਦੀ ਹਾਂ ਤੇ ਰੋਜ਼ਾਨਾ ਦੀ ਤਰ੍ਹਾਂ ਇੱਕ ਵਾਰ ਫਿਰ ਤੋਂ ਰੂਬਰੂ ਹੋ ਚੁੱਕੇ ਹਾਂ ਪ੍ਰੋਗਰਾਮ ਖਬਰਾਂ ਦੇ ਆਰ-ਪਾਰ ਲੈ ਕੇ ਦੇਸ਼ ਦੁਨੀਆ ਦੀਆਂ ਤਾਜ਼ਾ ਤਰੀਨ ਖਬਰਾਂ ਦੇ ਬਾਬਤ ਵਿਚਾਰ ਚਰਚਾ ਕਰਨ ਦੇ ਲਈ ਅੱਜ ਮੇਰੇ ਨਾਲ ਸਟੂਡੀਓ ਦੇ ਵਿੱਚ ਮੌਜੂਦ ਨੇ ਸੀਨੀਅਰ ਪੱਤਰਕਾਰ ਸਵਰਨ ਸਿੰਘ ਟੈਣਾ ਜੀ। ਸਭ ਤੋਂ ਪਹਿਲਾਂ ਟੈਣਾ ਸਾਹਿਬ ਦਾ ਸਵਾਗਤ ਕਰ ਲੈਂਦੇ ਹਾਂ ਤੇ ਫਿਰ ਸ਼ੁਰੂ ਕਰਦੇ ਹਾਂ ਵਿਚਾਰ ਚਰਚਾ। ਸਤਿ ਸ਼੍ਰੀ ਅਕਾਲ ਟੈਣਾ ਸਾਹਿਬ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੀ ਸ਼ੁਰੂਆਤ ਕਰ ਲੈਂਦੇ ਹਾਂ ਦਰਸ਼ਕਾਂ ਨੂੰ ਸੱਦਾ ਦੇ ਕੇ ਕਿ ਤੁਸੀਂ ਵੀ ਇਸ ਵਿਚਾਰ ਚਰਚਾ ਦਾ ਹਿੱਸਾ ਬਣ ਸਕਦੇ ਹੋ ਕਮੈਂਟ ਬਾਕਸ ਦੇ ਰਾਹੀਂ। ਕਮੈਂਟ ਬਾਕਸ ਦੇ ਵਿੱਚ ਖਬਰਾਂ ਦੇ ਬਾਬਤ ਵਿਚਾਰ ਰਾਏ ਟਿੱਪਣੀਆਂ ਜ਼ਰੂਰ ਦਿੰਦੇ ਰਹੋ ਤਾਂ ਜੋ ਅਗਲੀ ਕੜੀ ਦੇ ਵਿੱਚ ਅਸੀਂ ਕੁਝ ਚੁਣਿੰਦਾ ਕਮੈਂਟਸ ਨੂੰ ਆਪਣੇ ਪ੍ਰੋਗਰਾਮ ਦਾ ਹਿੱਸਾ ਬਣਾ ਕੇ ਉਹਨਾਂ ਤੇ ਵਿਚਾਰ ਚਰਚਾ ਕਰ ਸਕੀਏ। ਸ਼ੁਰੂਆਤ ਕਰ ਲੈਂਦੇ ਹਾਂ ਪ੍ਰੋਗਰਾਮ ਦੀ। ਜਿਵੇਂ ਕਿ ਸਿਰਲੇਖ ਵੀ ਤੁਸੀਂ ਵੇਖ ਰਹੇ ਹੋ ਕਿ ਕਿਸਾਨੀ ਦੀਆਂ ਸਮੱਸਿਆਵਾਂ ਦੇ ਵਿੱਚ ਵਾਧਾ ਕਰ ਰਹੀ ਹੈ ਕੇਂਦਰ ਸਰਕਾਰ। ਇਹ ਸਵਾਲ ਕਿਉਂ ਪੈਦਾ ਹੋ ਗਿਆ ਹੈ ਕਿਉਂਕਿ ਅਸੀਂ ਸਭ ਜਾਣਦੇ ਹਾਂ ਕਿ ਜਿੱਥੇ ਕੇਂਦਰ ਦੇ ਵੱਲੋਂ ਬਣਾਏ ਗਏ ਨਵੇਂ ਖੇਤੀ ਕਾਨੂੰਨਾਂ ਨੂੰ ਲੈ ਕੇ ਲਗਾਤਾਰ ਕਿਸਾਨ ਜੋ ਪ੍ਰਦਰਸ਼ਨ ਦੇ ਰਾਹ ਦੇ ਉੱਪਰ ਨੇ, ਸੰਘਰਸ਼ ਦੇ ਰਾਹ ਦੇ ਉੱਪਰ ਨੇ, ਉੱਥੇ ਹੀ ਕਣਕ ਤੇ ਫਸਲ ਦੀ ਸਿੱਧੀ ਅਦਾਇਗੀ ਦਾ ਮੁੱਦਾ ਪੰਜਾਬ ਦੇ ਵਿੱਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਤੇ ਹੋਰ ਵੀ ਕਈ ਅਜਿਹੇ ਮੁੱਦੇ ਨੇ ਜਿਨ੍ਹਾਂ ਦੇ ਚੱਲਦਿਆਂ ਕਿਸਾਨੀ ਨੂੰ ਵੱਡੀ ਢਾਹ ਲੱਗ ਸਕਦੀ ਹੈ। ਟੈਣਾ ਸਾਹਿਬ ਕਿੰਜ ਵੇਖਦੇ ਹੋ ਕੇਂਦਰ ਸਰਕਾਰ ਲਗਾਤਾਰ ਕਿਸਾਨੀ ਦੀਆਂ ਸਮੱਸਿਆਵਾਂ ਵਧਾ ਰਹੀ ਹੈ ਸੁਲਝਾਉਣ ਦੀ ਵਜਾਏ, ਕਿੰਜ ਵੇਖਦੇ ਹੋ? ਦੇਖੋ, ਜੇ ਤਾਂ ਪੰਜਾਬ ਦੇ ਤੱਕ ਗੱਲ ਸੀਮਤ ਰੱਖੀਏ ਤਾਂ ਕੇਂਦਰ ਦੀ ਸਰਕਾਰ ਨੇ ਪੰਜਾਬ ਪੱਖੀ ਗੱਲ ਅੱਜ ਤੱਕ ਕੀਤੀ ਕਦੋਂ? ਸਵਾਲ ਇਹ ਪੈਦਾ ਹੁੰਦਾ ਪੰਜਾਬ ਨੂੰ ਤਾਂ ਭਾਰਤ ਦਾ ਹਿੱਸਾ ਹੀ ਨਹੀਂ ਮੰਨਦੀ ਗੀ ਅੱਜ ਤੱਕ ਦੇ ਜਿਹੋ ਜਿਹੇ ਅਸੀਂ ਬਿਆਨ ਪੜ੍ਹੇ ਆ। ਤੁਹਾਨੂੰ ਯਾਦ ਹੀ ਹੋਣਾ ਹੁਣ ਤੋਂ ਕੁਝ ਕੁ ਦਿਨ ਪਹਿਲਾਂ ਜਿਸ ਤਰੀਕੇ ਨਾਲ ਕੇਂਦਰ ਦੀ ਸਰਕਾਰ ਦੇ ਵੱਲੋਂ ਗ੍ਰਹਿ ਵਿਭਾਗ ਦੇ ਵੱਲੋਂ ਪੰਜਾਬ ਦੀ ਕਿਸਾਨੀ ਬਦਨਾਮ ਕਰਨ ਦੀ ਇੱਕ ਚਾਲ ਚੱਲੀ ਗਈ। ਕਹਿੰਦੇ ਵੀ ਜਿਹੜੇ ਸਰਹੱਦੀ ਖੇਤਰ ਦੇ ਕਿਸਾਨ ਆ ਨਾ, ਇਹ ਪ੍ਰਵਾਸੀ ਮਜ਼ਦੂਰ ਜਿਹੜੇ ਬਿਹਾਰ ਤੋਂ ਯੂਪੀ ਤੋਂ ਆਉਂਦੇ ਪੰਜਾਬ 'ਚ, ਇਹਨਾਂ ਨੂੰ ਨਸ਼ੇੜੀ ਬਣਾ ਦਿੰਦੇ ਆ, ਇਹਨਾਂ ਨੂੰ ਉਹ ਬੰਦੂਆ ਮਜ਼ਦੂਰ ਬਣਾ ਕੇ ਰੱਖਦੇ ਆ, ਇਹਨਾਂ ਨੂੰ ਰੋਟੀ ਨਹੀਂ ਦਿੰਦੇ ਗੇ, ਬੰਨ੍ਹ ਕੇ ਰੱਖ ਲੈਂਦੇ ਆ। ਪਰ ਬਾਅਦ ਦੇ ਵਿੱਚ ਪ੍ਰਵਾਸੀ ਮਜ਼ਦੂਰਾਂ ਨੇ ਗੱਲ ਕਹੀ, ਉਹ ਕਹਿੰਦੇ ਵੀ ਕੇਂਦਰ ਦੀ ਸਰਕਾਰ ਦਾ ਕੀ ਮਤਲਬ ਇਹਦੇ 'ਚ? ਅਸੀਂ ਤਾਂ ਦਹਾਕਿਆਂ ਤੋਂ ਇੱਥੇ ਰਹਿ ਰਹੇ ਹਾਂ, ਅਸੀਂ ਇਹਨਾਂ ਦੇ ਸਿਰ ਦੇ ਉੱਤੇ ਆਪਣੇ ਪੱਕੇ ਘਰ ਬਣਾ ਲਏ ਆ ਤੇ ਸਾਨੂੰ ਜਦੋਂ ਕੋਈ ਸਮੱਸਿਆ ਨਹੀਂ, ਇਹਨਾਂ ਨੂੰ ਕੀ ਸਮੱਸਿਆ? ਮਤਲਬ ਇਹ ਆ ਵੀ ਉਹ ਛੁਰਲੀ ਛੱਡਦੇ ਆ ਪੰਜਾਬ ਦੀ ਕਿਸਾਨੀ ਬਦਨਾਮ ਕਰਨ ਦੇ ਲਈ। ਪੰਜਾਬ ਦੀ ਕਿਸਾਨੀ ਨੇ ਇਹ ਅੰਦੋਲਨ ਸ਼ੁਰੂ ਕੀਤਾ ਸੀ, ਕਿਸਾਨ ਅੰਦੋਲਨ। ਉਸ ਤੋਂ ਬਾਅਦ ਹਰਿਆਣਾ ਨਾਲ ਜੁੜਿਆ, ਹਰਿਆਣੇ ਤੋਂ ਬਾਅਦ ਬਾਕੀ ਭਾਰਤ ਦੇ ਹੋਰ ਸੂਬੇ ਨਾਲ ਜੁੜੇ, ਪਰ ਪੰਜਾਬ ਦੀ ਕਿਸਾਨੀ ਦੇ ਪ੍ਰਤੀ ਉਹਨਾਂ ਨੇ ਮਨ ਦੇ ਵਿੱਚ ਹਰਖ ਤਾਂ ਹੈਗਾ ਹੀ ਆ। ਇਹ ਇਸ ਹਰਖ ਦੇ ਕਰਕੇ ਹੀ ਆ ਕਹਿੰਦੇ ਵੀ ਅਸੀਂ ਕਿਸਾਨਾਂ ਦੇ ਖਾਤੇ ਦੇ ਵਿੱਚ ਸਿੱਧੇ ਪੈਸੇ ਪਾਵਾਂਗੇ। ਜਿਹੜੀ ਚੀਜ਼ ਜਿਹੜੀ ਗੱਲ ਪੰਜਾਬ ਦੀ ਕਿਸਾਨੀ ਨੂੰ ਚੁਭੂਗੀ ਉਹਨਾਂ ਨੇ ਉਹ ਗੱਲ ਹਰ ਹਾਲਤ ਕਰਨੀ ਆ, ਜਿਹੜੀ ਗੱਲ ਨਹੀਂ ਚੁਭਦੀ ਉਹ ਨਹੀਂ ਕਰਦੇਗੇ। ਹੁਣ ਕਿਸਾਨ ਕਹਿੰਦੇ ਜੀ ਸਾਡਾ ਆੜ੍ਹਤੀਆਂ ਦੇ ਨਾਲ ਰਿਸ਼ਤਾ ਬਹੁਤ ਗੂੜਾ, ਅਸੀਂ ਇਹਨਾਂ ਦੇ ਉੱਤੇ ਨਿਰਭਰ ਰਹੇ ਆ, ਅਸੀਂ ਐਂ ਠੀਕ ਆ, ਸਾਨੂੰ ਤੁਹਾਡੀ ਤਕਨੀਕ ਨਵੀਂ ਨਹੀਂ ਚਾਹੀਦੀ। ਉਹ ਕਹਿੰਦੇ ਨਾ, ਅਸੀਂ ਤਾਂ ਤਕਨੀਕ ਅਪਣਾਵਾਂਗੇ। ਉਹ ਕਹਿੰਦੇ ਜੀ ਸਾਨੂੰ ਜੋ ਵੀ ਮਿਲਦਾ ਜਿਵੇਂ ਮਿਲਦਾ, ਸਾਡੀ ਮਿੰਨੀ ਬੈਂਕ ਆੜ੍ਹਤੀਏ, ਅਸੀਂ ਇਹਨਾਂ ਦੇ ਕੋਲ 10,000 ਫੜਨਾ, ਕਦੇ 50,000 ਫੜਨਾ, ਕਦੇ ਲੱਖ ਫੜਨਾ ਫੜ ਲੈਂਦੇ ਆ, ਫਸਲ ਇਹਨਾਂ ਨੂੰ ਦੇਣੀ ਆ, ਕੋਈ ਸਮੱਸਿਆ ਨਹੀਂ ਗੀ। ਉਹ ਕਹਿੰਦੇ ਨਾ, ਤੁਹਾਡੇ ਖਾਤੇ 'ਚ ਸਿੱਧੇ ਪੈਸੇ ਪਾਵਾਂਗੇ। ਹੁਣ ਜਦੋਂ ਆ ਪਿਛਲੇ ਦਿਨੀ ਬੜਾ ਵੱਡਾ ਮੁੱਦਾ ਬਣ ਗਿਆ, ਪੰਜਾਬ ਦੇ ਮੁੱਖ ਮੰਤਰੀ ਨੇ ਕਈ ਚਿੱਠੀਆਂ ਲਿਖੀਆਂ ਪ੍ਰਧਾਨ ਮੰਤਰੀ ਨੂੰ, ਉਹਨਾਂ ਨੇ ਉੱਤਰ ਹੀ ਨਹੀਂ ਦਿੱਤਾਗਾ, ਪਤਾ ਨਹੀਂ ਮਿਲਣ ਦੀ ਇੱਛਾ ਹੀ ਨਹੀਂ ਜ਼ਾਹਰ ਕੀਤੀ। ਪਰ ਹੁਣ ਪੀਯੂਸ਼ ਗੋਇਲ ਜਿਹੜੇ ਖੁਰਾਕ ਮੰਤਰੀ ਆ, ਉਹਨਾਂ ਦੇ ਨਾਲ ਪੰਜਾਬ ਦੇ 4 ਨੇਤਾ ਜਾ ਕੇ ਮਿਲੇ ਆ। ਉਹਨਾਂ ਨੇ ਵੀ 2 ਟੁਕ ਗੱਲ ਕਹਿਤੀ ਆ, ਕਹਿੰਦੇ ਵੀ ਕਣਕ ਦੀ ਅਦਾਇਗੀ ਸਿੱਧੀ ਖਾਤਿਆਂ ਦੇ ਵਿੱਚ ਹੋਊਗੀ। ਹਾਂ, ਜਿਹੜਾ ਜ਼ਮੀਨ ਦਾ ਰਿਕਾਰਡ ਜਮ੍ਹਾਂ ਕਰਵਾਉਣਾ ਉਹ ਤੁਹਾਡੇ ਲਈ 6 ਮਹੀਨੇ ਹੋਰ ਦਿੱਤੇ। ਮਤਲਬ ਇਹ ਆ ਵੀ ਹੁਣ ਆੜ੍ਹਤੀਆਂ ਦੇ ਉੱਤੇ ਬਹੁਤ ਵੱਡੀ ਇਸ ਵਕਤ ਗਾਜ ਡਿੱਗਣੀ ਆ। ਹੁਣ ਆੜ੍ਹਤੀਏ ਤੇ ਸਰਕਾਰ ਆਪਸ ਦੇ ਵਿੱਚ ਫਸਣਗੇ। ਪੰਜਾਬ ਦੇ ਵਿੱਚ ਲਗਭਗ 30,000 ਆੜ੍ਹਤੀਆ, ਜਿਵੇਂ ਕਿ ਭਾਜੀ ਡਾਕਟਰ ਬਰਜਿੰਦਰ ਸਿੰਘ ਹਮਦਰਦ ਹੋਰਾਂ ਨੇ ਆਪਣੇ ਐਡੀਟੋਰੀਅਲ ਦੇ ਵਿੱਚ ਵੀ ਲਿਖਿਆ ਮੰਡੀਕਰਨ ਦੇ ਸੰਦਰਭ ਦੇ ਵਿੱਚ, ਉਹ ਗੱਲ ਬੜੀ ਮਹੱਤਵਪੂਰਨ ਆ ਵੀ ਪੰਜਾਬ ਦੇ ਵਿੱਚ ਕਿਸਾਨ ਤੇ ਸਰਕਾਰ ਦਰਮਿਆਨ ਆੜ੍ਹਤੀਏ ਪੁਲ ਦਾ ਕੰਮ ਕਰਦੇ ਆ। ਪਰ ਨਹੀਂ, ਸਰਕਾਰ ਇਸ ਗੱਲ ਦੇ ਵੱਲ ਗੌਰ ਫਰਮਾਈ ਕਰਦੀ। ਪਰ ਇਸ ਦੇ ਬਾਵਜੂਦ ਕਿਸਾਨਾਂ ਦੇ ਵੱਲੋਂ ਇਹ ਗੱਲ ਕਹੀ ਗਈ ਆ ਵੀ ਅਸੀਂ ਡਟੇ ਹੋਏ ਆ, ਅਸੀਂ ਬਾਰਡਰਾਂ ਦੇ ਉੱਤੇ ਬੈਠੇ ਹੋਏ ਆ, ਜੇ ਇਹ ਸਾਨੂੰ ਤੰਗ ਪਰੇਸ਼ਾਨ ਹੋਰ ਵੀ ਕਰਨਗੇ ਅਸੀਂ ਤਾਂ ਵੀ ਨਹੀਂ ਪੈਰ ਪਛਾਣ ਨੂੰ ਖਿੱਚਦੇ। ਪਰ ਗੱਲ ਇਹ ਹੈ ਵੀ ਕਿਸਾਨੀ ਨਾ ਇਸ ਵਕਤ ਕਈ ਪੱਖਾਂ ਨੂੰ ਬਚਾ ਰਹੀ ਹੈ। ਪਹਿਲਾਂ ਤਾਂ ਫਸਲਾਂ ਤੇ ਨਸਲਾਂ ਬਚਾਉਣੀਆਂ, ਜ਼ਮੀਨ ਆਪਣੀ ਬਚਾਉਣੀ, ਹੁਣ FCI ਬਚਾਉਣ ਦਾ ਸੰਘਰਸ਼ ਵੀ ਕਿਸਾਨੀ ਦਾ, ਆੜ੍ਹਤੀਏ ਬਚਾਉਣ ਦਾ ਸੰਘਰਸ਼ ਵੀ ਕਿਸਾਨੀ ਦਾ, ਤੇ ਕਿਸਾਨੀ ਦਾ ਸਾਥ ਵੱਧ ਤੋਂ ਵੱਧ ਦੇਣਾ ਚਾਹੀਦਾ। ਇਹ ਗੱਲ ਕਹੀ ਹੈ ਕਿਸਾਨ ਆਗੂਆਂ ਨੇ। ਬਿਲਕੁਲ ਸੋ ਲਗਾਤਾਰ ਕਿਸਾਨੀ ਦੇ ਦਰਪੇਸ਼ ਮੁਸ਼ਕਿਲਾਂ ਆ ਰਹੀਆਂ ਨੇ। ਬੀਟੀ ਬੀਜਾਂ ਦੇ ਭਾਅ ਦੇ ਵਿੱਚ ਵਾਧਾ ਕੀਤਾ ਜਾ ਰਿਹਾ ਜਾਂ ਅਜਿਹੇ ਸੰਦ, ਅਜਿਹੇ ਬੀਜ ਜੋ ਕਿਸਾਨਾਂ ਦੇ ਲਈ ਬਹੁਤ ਜ਼ਰੂਰੀ ਨੇ, ਉਹਨਾਂ ਦੇ ਖਾਦਾਂ ਦੇ ਮੁੱਲ ਦੇ ਵਿੱਚ ਭਾਅ ਦੇ ਵਿੱਚ ਲਗਾਤਾਰ ਵਾਧਾ ਹੋ ਰਿਹਾ। ਟੈਣਾ ਸਾਹਿਬ, ਹੁਣ ਜੋ ਨਵੇਂ ਖੇਤੀ ਕਾਨੂੰਨ ਬਣਾਏ ਨੇ ਜਿਨ੍ਹਾਂ ਦਾ ਲਗਾਤਾਰ ਵਿਰੋਧ ਕਿਸਾਨ ਕਰ ਰਹੇ ਨੇ, ਇਹਨਾਂ ਦੇ ਸਾਈਡ ਇਫੈਕਟ ਵੀ ਕਹਿ ਰਹੇ ਨੇ ਕਿ ਸਾਹਮਣੇ ਆ ਰਹੇ ਨੇ। ਬੀਤੇ ਦਿਨ ਵੀ ਖਬਰ ਸਾਹਮਣੇ ਆਈ ਤੇ ਅੱਜ ਵੀ ਖਬਰ ਸਾਹਮਣੇ ਆਈ ਹੈ ਕਿ ਵਪਾਰੀ ਦੂਜੇ ਸੂਬਿਆਂ ਦੇ ਵਿੱਚੋਂ ਸਸਤੇ ਭਾਅ ਤੇ 1100-1200 ਰੁਪਏ ਦੇ ਉੱਪਰ ਫਸਲ ਕਣਕ ਖਰੀਦ ਕੇ ਪੰਜਾਬ ਦੀਆਂ ਮੰਡੀਆਂ 'ਚ ਆ ਕੇ ਵੇਚਣ ਦੀ ਕੋਸ਼ਿਸ਼ ਕਰ ਰਹੇ ਨੇ। 1900-2000 ਕਿਤੇ ਨਾ ਕਿਤੇ ਸੇਂਧ ਤਾਂ ਸਰਕਾਰ ਨੂੰ ਹੀ ਲੱਗ ਰਹੀ ਹੈ, ਸੇਂਧ ਤਾਂ ਸਰਕਾਰ ਦੇ ਪੈਸੇ ਤੇ ਹੀ ਲੱਗ ਰਹੀ ਹੈ। ਸੋ ਉਹਨਾਂ ਨੂੰ ਫੜਿਆ ਵੀ ਗਿਆ ਹੈ, ਪਰ ਇਹ ਕਿਤੇ ਨਾ ਕਿਤੇ ਕਹਿ ਰਹੇ ਕਿ ਸਾਈਡ ਇਫੈਕਟ ਸਾਰੇ ਨਵੇਂ ਖੇਤੀ ਕਾਨੂੰਨਾਂ ਦੇ ਆ ਕਿਉਂਕਿ ਖੁੱਲੀਆਂ ਮੰਡੀਆਂ ਨੇ, ਇਧਰੋਂ ਸਸਤੇ ਭਾਅ ਖਰੀਦੋ ਤੇ ਦੂਜੇ ਪਾਸੇ ਵੇਚੋ ਤੇ ਸਿਰਫ ਦਲਾਲੀ ਵਾਲੇ ਪੈਸੇ ਕਮਾਓ। ਨਹੀਂ, ਪਰ ਇਹਦੇ ਵਿੱਚ ਇੱਕ ਹੋਰ ਵੀ ਗੱਲ ਹੈ ਵੀ ਜੇਕਰ ਯੂਪੀ ਦੇ ਬੰਦੇ ਆ ਕੇ ਇਹ ਗੱਲ ਕਹਿਣ ਕਿ ਅਸੀਂ ਪੰਜਾਬ ਜਾਂ ਹਰਿਆਣੇ ਦੇ ਵਿੱਚ ਆਪਣੀ ਫਸਲ ਵੇਚ ਲੈਂਦੇ ਆ
ਤਾਂ ਯੂਪੀ ਦੇ ਵਿੱਚ ਵੀ ਜੇਕਰ ਐਮਐਸਪੀ ਲਾਗੂ ਕੀਤੀ ਜਾਵੇ, ਬਾਕੀ ਹੋਰ ਸੂਬਿਆਂ ਦੇ ਵਿੱਚ ਹੀ ਐਮਐਸਪੀ ਰਵੇ, ਤਾਂ ਕਿਸੇ ਦਾ ਕੀ ਚਿੱਤ ਕਰਦਾ ਵੀ ਭਾਈ ਟਰਾਲੀਆਂ ਟਰੈਕਟਰ ਲੈ ਕੇ ਤੇ ਉਹ ਆਪਣੇ ਹੋਰ ਸੂਬੇ ਦੇ ਵਿੱਚ ਜਾਣ, ਜੇ ਉਹਨਾਂ ਨੂੰ ਉਸੇ ਥਾਂ ਦੇ ਉੱਤੇ ਫਸਲ ਦਾ ਪੂਰਾ ਮੁੱਲ ਮਿਲਦਾ ਹੋਵੇ, ਇਹਦਾ ਜਾਣ ਦੀ ਲੋੜ ਨਹੀਂ। ਜਦੋਂ ਕੇਂਦਰ ਦੀ ਸਰਕਾਰ ਨੇ ਸਫਾਈਆਂ ਜੀਆਂ ਦੇਣੀਆਂ ਸ਼ੁਰੂ ਕੀਤੀਆਂ ਸੀ ਕਿ ਖੁੱਲੀ ਮੰਡੀ ਹੋਊਗੀ, ਕਿਸਾਨ ਆਪਣੀ ਫਸਲ ਕਿਤੇ ਵੀ ਜਾ ਕੇ ਵੇਚ ਸਕਦਾ, ਉਦੋਂ ਬੀਜੇਪੀ ਦੇ ਇੱਕ ਆਗੂ ਨੂੰ ਇੱਕ ਪੱਤਰਕਾਰ ਨੇ ਸਵਾਲ ਕਰ ਲਿਆ। ਉਹ ਕਹਿੰਦੇ ਵੀ ਰਾਜਸਥਾਨ ਦੇ ਵਿੱਚ ਭੁੱਕੀ ਦੀ ਖੇਤੀ ਵੀ ਹੁੰਦੀ ਹੈ, ਅਫੀਮ ਦੀ ਖੇਤੀ, ਫਿਰ ਤਾਂ ਇਹਦਾ ਮਤਲਬ ਇਹ ਹੈ ਵੀ ਟਰਾਲੀ ਭਰ ਕੇ ਮੰਡੀ ਦੇ ਵਿੱਚੋਂ ਤੇ ਆਪਾਂ ਕਿਸੇ ਵੀ ਮੰਡੀ ਦੇ ਵਿੱਚ ਲੈ ਜਾਈਏ, ਕਿਸੇ ਵੀ ਸੂਬੇ ਦੇ ਵਿੱਚ ਲੈ ਜਾਈਏ, ਫਿਰ ਤੁਸੀਂ ਇਹ ਗੱਲ ਕਿਉਂ ਕਹਿੰਦੇ ਵੀ ਇਹ ਤਾਂ ਗੈਰ ਕਾਨੂੰਨੀ ਆ? ਜੇ ਤੁਸੀਂ ਖੇਤੀ ਦੀ ਗੱਲ ਕਰਦੇ ਹੋ, ਇਹ ਵੀ ਤਾਂ ਕਾਨੂੰਨ ਦੇ ਮੁਤਾਬਕ, ਨਿਯਮਾਂ ਦੇ ਮੁਤਾਬਕ ਹੀ ਹੋ ਰਹੀ ਆ, ਤੇ ਫਿਰ ਤਾਂ ਨਸ਼ਾ ਪੱਤਾ ਵੀ ਕਿਤੇ ਵੀ ਜਾ ਸਕਦਾ। ਕਹਿੰਦੇ ਨਹੀਂ ਸਾਡਾ ਇਹ ਮਤਲਬ ਨਹੀਂਗਾ, ਮਤਲਬ ਇਹ ਉਹਨਾਂ ਦਾ ਕਹਿਣ ਦਾ ਵੀ ਜਾਣਕਾਰੀ ਪੂਰੀ ਨਹੀਂਗੀ, ਹਰ ਗੱਲ ਦੇ ਉੱਤੇ ਜਾਣਕਾਰੀ ਅਧੂਰੀ ਆ, ਕਾਲੇ ਕਦਮੀ ਫੈਸਲੇ ਕੀਤੇ ਜਾਂਦੇ ਆ, ਤੇ ਕਈ ਵਾਰ ਕਦਮ ਇੰਨੇ ਪੁੱਟ ਲੈਂਦੇ ਵੀ ਬਾਅਦ ਦੇ ਵਿੱਚ ਪੈਰ ਪਿੱਛੇ ਨੂੰ ਖਿੱਚਣੇ ਔਖੇ ਹੋ ਜਾਂਦੇ ਆ, ਜਿਹਦੇ ਕਰਕੇ ਅੱਜ ਵਾਲਾ ਮਾਹੌਲ ਇੰਨਾ ਪੇਚੀਦਾ ਬਣਿਆ ਹੋਇਆ ਜੀ। ਬਿਲਕੁਲ। ਸੋ ਲਗਾਤਾਰ ਲੋਕਾਂ ਦਾ ਜਾਂ ਕਿਸਾਨਾਂ ਦਾ ਇਹ ਕਹਿਣਾ ਹੈ ਕਿ ਜੇਕਰ ਇੱਕੋ ਹੀ ਮੁੱਲ ਸਾਰੇ ਹੀ ਸੂਬੇ ਦੀਆਂ ਮੰਡੀਆਂ ਦੇ ਵਿੱਚ ਮਿਲੇ ਤਾਂ ਕਿਸੇ ਵੀ ਕਿਸਾਨ ਨੂੰ ਮਜਬੂਰੀ ਬਸ ਦੂਜੇ ਸੂਬੇ ਦੀ ਮੰਡੀ ਵਿੱਚ ਜਾ ਕੇ ਫਸਲ ਨਹੀਂ ਵੇਚਣੀ ਪਏਗੀ, ਜਿਸ ਨਾਲ ਖੱਜਲ ਖੁਆਰੀ ਵੱਧ ਜਾਂਦੀ ਹੈ, ਤੇ ਦੂਸਰੇ ਸੂਬੇ ਦੇ ਉੱਪਰ ਵੀ ਕਿਤੇ ਨਾ ਕਿਤੇ ਜ਼ਿੰਮੇਵਾਰੀ ਜਾਂ ਕੰਮ ਉਹਨਾਂ ਦਾ ਹੋਰ ਵੱਧ ਜਾਂਦਾ ਜਦੋਂ ਦੂਜੇ ਸੂਬਿਆਂ ਤੋਂ ਆ ਕੇ ਕੋਈ ਫਸਲ ਵੇਚਦਾ। ਸੋ ਲਗਾਤਾਰ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਕਿਸਾਨੀ ਦੀਆਂ ਮੁਸ਼ਕਿਲਾਂ ਲਗਾਤਾਰ ਵਧਦੀਆਂ ਜਾ ਰਹੀਆਂ ਨੇ, ਕੇਂਦਰ ਸਰਕਾਰ ਟਸ ਤੋਂ ਮਸ ਨਹੀਂ ਹੋ ਰਹੀ। ਟੈਨਾ ਸਾਹਿਬ, ਕਿਸਾਨੀ ਸੰਘਰਸ਼ ਚੱਲ ਰਿਹਾ, ਦਿੱਲੀ ਦੀਆਂ ਬਰੂਹਾਂ ਤੇ ਹਾੜੀ ਸੋਣੀ ਦੀਆਂ ਫਸਲਾਂ ਦਾ ਵੀ ਜੋ ਸੀਜ਼ਨ ਚੱਲ ਰਿਹਾ ਲਗਾਤਾਰ, ਤਾਂ ਅਜਿਹੇ ਦੇ ਵਿੱਚ ਹੁਣ ਸੰਘਰਸ਼ ਦੇ ਮੌਕੇ ਦੇ ਉੱਪਰ ਕੀ ਹਾਲਾਤ ਨੇ? ਚੜ੍ਹਦੀ ਕਲਾ ਦੇ ਵਿੱਚ ਹੈ ਜਾਂ ਕੁਝ ਹੋਰ? ਦੇਖੋ, ਗੱਲ ਇਹ ਹੈ ਵੀ ਮੈਂ ਤਾਂ ਇਹ ਮੰਨਦਾ ਵੀ ਚੜ੍ਹਦੀ ਕਲਾ ਦੇ ਵਿੱਚ ਆ, ਕੋਈ ਹੋ ਸਕਦਾ ਵੀ ਇਸ ਤੋਂ ਵੱਖਰੇ ਵਿਚਾਰ ਰੱਖਦਾ ਹੋਵੇ, ਪਰ ਮੈਨੂੰ ਲੱਗਦਾ ਵੀ ਕਿਸਾਨੀ ਸੰਘਰਸ਼ ਚੜ੍ਹਦੀ ਕਲਾ ਦੇ ਵਿੱਚ ਆ। ਕਈ ਲੋਕ ਇਹ ਗੱਲ ਕਹਿੰਦੇ ਵੀ ਉੱਥੇ ਗਿਣਤੀ ਬਹੁਤ ਘਟ ਗਈ ਹੈ ਕਿਸਾਨਾਂ ਦੀ। ਤੁਸੀਂ ਇਹ ਦੇਖੋ ਵੀ ਕੇਂਦਰ ਦੀ ਸਰਕਾਰ ਦੇ ਨਾਲ ਜਿਹਦੇ ਨਾਲ ਮੱਥਾ ਲਾਇਆ, ਜੇ ਉਹ ਸਾਰੀ ਪੱਛਮੀ ਬੰਗਾਲ ਦੇ ਵਿੱਚ ਤੁਰੀ ਫਿਰਦੀ ਦਿੱਲੀ ਛੱਡ ਕੇ, ਤੇ ਕਿਸਾਨ ਬਾਰਡਰਾਂ ਤੋਂ ਉੱਠ ਕੇ ਆਪਦੇ ਖੇਤ ਦੇ ਵਿੱਚ ਕਿਉਂ ਨਹੀਂ ਆ ਸਕਦੇਗੇ? ਉਹ ਵੀ ਤਾਂ ਇਸ ਕਰਕੇ ਆਏ ਨਾ ਵੀ ਪੁੱਤਾਂ ਵਰਗੀ ਫਸਲ ਉਹਨਾਂ ਨੇ ਆਪਦੇ ਘਰ ਦੇ ਵਿੱਚ ਲੈ ਕੇ ਆਉਣੀ ਹੈ, ਮੰਡੀ 'ਚ ਲੈ ਕੇ ਜਾਣੀ ਆ। ਕੁਝ ਖਾਵਾਂਗੇ ਤਾਂ ਜਿਉਂਦੇ ਰਵਾਂਗੇ, ਤੇ ਆਪਦੀ ਫਸਲ ਨੂੰ ਬਰਬਾਦ ਕਿਉਂ ਕਰਨ? ਇਹ ਪਿੰਡਾਂ ਦੇ ਵਿੱਚੋਂ ਹੁਣ ਰੋਟੇਸ਼ਨ ਦੇ ਉੱਤੇ ਆ, ਪੜਾਵਾਰ ਜਾਂਦੇ ਲੋਕ ਵੀ 10 ਹੋਣ ਗਏ ਆ, ਅਗਲੇ ਹਫਤੇ ਉਹ ਆ ਗਏ 10 ਹੋਰ ਚਲੇ ਗਏ। ਇਹਦੇ 'ਚ ਕੋਈ ਦੋ ਰਾਇ ਨਹੀਂ ਵੀ ਇਕੱਠ ਘਟਿਆ, ਪਰ ਜਦੋਂ ਵੀ ਕਿਸੇ ਪ੍ਰੋਗਰਾਮ ਦਾ ਸੱਦਾ ਦਿੱਤਾ ਜਾਂਦਾ, ਉਦੋਂ ਇਕੱਠ ਫੇਰ ਦੁੱਗਣਾ ਹੋ ਜਾਂਦਾ। ਸੋ ਇਸ ਵਕਤ ਲੋੜ ਵੀ ਆ ਕਿ ਅਸੀਂ ਆਪਦੇ ਘਰ ਦੇ ਕੰਮਕਾਜ ਵੀ ਜਾਰੀ ਰੱਖੀਏ, ਤੇ ਅਸੀਂ ਨਾਲ ਦੀ ਨਾਲ ਕਿਸਾਨ ਅੰਦੋਲਨ ਨੂੰ ਵੀ ਜਾਰੀ ਰੱਖੀਏ। ਉਸ ਤੋਂ ਅਗਲੀ ਗੱਲ ਇਹ ਆ ਵੀ ਹੁਣ ਸਿਆਲਾਂ ਦੇ ਵਿੱਚ ਤਾਂ ਟਰਾਲੀ ਦੇ ਵਿੱਚ 10-10 ਜਣੇ ਸੌ ਜਾਂਦੇ ਸੀ। ਚਲੋ ਜੇ ਠੰਡ ਲੱਗੂਗੀ 1 ਰਜਾਈ ਉੱਤੇ ਹੋਰ ਸੱਟ ਲੈਣਗੇ, ਹੋਰ ਠੰਡ ਲੱਗੂਗੀ 1 ਰਜਾਈ ਥੱਲੇ ਵਿਛਾ ਲੈਣਗੇ, ਪਰ ਗਰਮੀ ਦੇ ਵਿੱਚ ਤਾਂ ਹੁਣ ਲੋਹਾ ਤਪਦਾ, 38 ਡਿਗਰੀ ਟੈਂਪਰੇਚਰ ਹੋ ਜਾਂਦਾ, ਤਰਪਾਲ ਦੇ ਵਿੱਚੋਂ ਸੇਕ ਵੱਜਦਾ। ਇਸ ਕਰਕੇ ਹੁਣ ਝੌਂਪੜੀਆਂ ਦੇ ਵਿੱਚ ਅੰਦੋਲਨ ਚੱਲਦਾ। ਝੌਂਪੜੀਆਂ ਬਣ ਗਈਆਂ ਬਾਂਸ ਦੀਆਂ, ਪਰਾਲੀ ਦੀਆਂ, ਫੋਮ ਵਿੱਚ ਲਾ ਕੇ ਤਪਸ਼ ਰੋਕਣ ਦੀ ਕੋਸ਼ਿਸ਼ ਕੀਤੀ ਜਾਂਦੀ ਆ। ਕਈਆਂ ਨੇ ਏਸੀ ਵੀ ਲਾਏ ਆ, ਕਈ ਪੱਖਿਆਂ ਨਾਲ ਗੁਜ਼ਾਰਾ ਕਰਦੇ ਆ, ਕਿਸੇ ਨੇ ਕਿਵੇਂ ਕਿਸੇ ਨੇ ਕਿਵੇਂ, ਪਰ ਇੰਨਾ ਲੰਮਾ ਸੰਘਰਸ਼ ਕਰਨਾ ਇਹ ਵੀ ਸਾਡੀ ਕਿਸਾਨੀ ਦੇ ਹਿੱਸੇ ਦੇ ਵਿੱਚ ਹੀ ਆਇਆ। ਉਦਾਂ ਕਿਸੇ ਨੂੰ ਹੋਰ ਨੂੰ ਕਹਿ ਦਈਏ ਵੀ ਭਾਈ ਤੈਨੂੰ ਵੀ ਮਹਿੰਗਾਈ ਦੀ ਮਾਰ ਪਈ ਆ, ਆਜੋ ਮਹਿੰਗਾਈ ਦੇ ਨਾਂ ਤੇ ਇਕੱਠੇ ਹੁੰਨੇ ਆ, ਕਿੰਨੇ ਕੁ ਹੁੰਦੇ ਆ? 2 ਘੰਟੇ ਦਾ ਪ੍ਰਦਰਸ਼ਨ ਨਹੀਂ ਕਰਦੇਗੇ, ਵੱਧ ਤੋਂ ਵੱਧ 1 ਦਿਨ ਦਾ ਕਰਦੇ ਆ, ਉਦੋਂ ਵੀ ਅੱਧੇ ਲੋਕ ਦੁਕਾਨਾਂ ਖੋਲੀ ਰੱਖਦੇ ਆ। ਇਹ ਤਾਂ ਕਿਸਾਨ ਦਾ ਸਿਰੜਾ ਵੀ ਜਿਹੜਾ ਹਾਲੇ ਤੱਕ ਬੈਠਾ ਹੋਇਆ। ਬਿਲਕੁਲ। ਸੋ ਲਗਾਤਾਰ ਸੰਘਰਸ਼ ਜਾਰੀ ਹੈ। ਮੰਗ ਸਿਰਫ ਇੱਕ ਹੈ ਕਿ 3 ਖੇਤੀ ਕਾਨੂੰਨਾਂ ਨੂੰ ਰੱਦ ਕਰੋ ਤੇ ਐਮਐਸਪੀ ਨੂੰ ਲਾਗੂ ਕਰੋ ਤਾਂ ਜੋ ਘਰਾਂ ਨੂੰ ਵਾਪਸੀ ਕਰ ਸਕਣ। ਸੋ ਲਗਾਤਾਰ ਸੰਘਰਸ਼ ਜਾਰੀ ਹੈ ਕਿਸਾਨਾਂ ਦਾ, ਪਰ ਕੇਂਦਰ ਸਰਕਾਰ ਦਾ ਧਿਆਨ ਫਿਲਹਾਲ ਜੋ ਦੂਸਰੇ ਰਾਜਾਂ ਵਿੱਚ ਚੋਣਾਂ ਹੋ ਰਹੀਆਂ ਉਸ ਵਾਲੇ ਪਾਸੇ ਹੈ। ਚੋਣਾਂ ਦੀ ਗੱਲ, ਸੰਘਰਸ਼ ਦੀ ਗੱਲ ਕਰਦੇ ਹਾਂ ਤਾਂ ਕਰੋਨਾ ਦੀ ਗੱਲ ਵੀ ਆਪਣੇ ਆਪ ਹੀ ਨਿਕਲ ਆਉਂਦੀ ਹੈ। ਆਪ ਮੁਹਾਰਾ ਸਥਿਤੀ ਗੰਭੀਰ ਹੁੰਦੀ ਜਾ ਰਹੀ ਹੈ। ਪਹਿਲਾਂ ਜੋ ਅੰਕੜੇ ਹਜ਼ਾਰਾਂ 'ਚ ਹੁੰਦੇ ਸੀ, ਹੁਣ ਲੱਖਾਂ ਦਾ ਵੀ ਅੰਕੜਾ ਪਾਰ ਕਰਨ ਲੱਗ ਗਿਆ। ਲੋਕ ਭੰਬਲ ਭੂਸੇ ਵਿੱਚ ਹੈ ਕਿ ਇਹ ਸੱਚਾਈ ਹੈ ਜਾਂ ਫਿਰ ਇੱਕ ਵਾਰ ਫਿਰ ਤੋਂ ਕੋਈ ਸਰਕਾਰ ਸਟੰਟ ਕਰ ਰਹੀ ਹੈ? ਦੇਖੋ, ਇਹਦੇ ਬਾਬਤ ਸਰਕਾਰਾਂ ਦੀਆਂ ਆਪਣੀਆਂ ਨੀਤੀਆਂ ਹੀ ਗਲਤ ਆ। ਮੈਂ ਨਾ ਰਾਤ ਤੁਲਨਾ ਕਰਕੇ ਦੇਖਦਾ ਸੀਗਾ ਵੀ ਨਿਊਜ਼ੀਲੈਂਡ ਦੀ ਸਰਕਾਰ ਦੀ ਤੇ ਭਾਰਤ ਦੀ ਸਰਕਾਰ ਦੀ। ਨਿਊਜ਼ੀਲੈਂਡ ਦੇ ਵਿੱਚ ਪਿਛਲੇ ਕੁਝ ਦਿਨਾਂ ਦੇ ਵਿੱਚ 23-24 ਨਵੇਂ ਕੇਸ ਆਏ ਆ। ਉਹਦੇ ਵਿੱਚੋਂ 17 ਕੇਸ ਉਹ ਆ ਜਿਹੜੇ ਕਿ ਭਾਰਤ ਦੇ ਵਿੱਚੋਂ ਗਏ ਹੋਏ ਆ ਨਿਊਜ਼ੀਲੈਂਡ ਦੇ ਵਿੱਚ ਲੋਕ, ਜਿਹੜੇ ਫਲਾਈਟ ਰਾਹੀਂ ਆਏ ਆ। ਭਾਵੇਂ ਕਿ ਉਹ ਉੱਥੋਂ ਦੇ ਨਾਗਰਿਕ ਆ, ਪਰ ਉਹ ਸਮੇਂ-ਸਮੇਂ ਦੇ ਉੱਤੇ ਭਾਰਤ ਦੇ ਵਿੱਚ ਆਏ ਤੇ ਫਿਰ ਉੱਥੇ ਨਾਲ ਕਰੋਨਾ ਲੈ ਕੇ ਗਏ, ਤੇ ਉਹਨਾਂ ਨੇ 11 ਤਰੀਕ ਤੋਂ ਲੈ ਕੇ ਤੇ 28 ਅਪ੍ਰੈਲ ਤੱਕ ਸਾਰੀਆਂ ਜਿਹੜੀਆਂ ਫਲਾਈਟਾਂ ਜਿਹੜੇ ਭਾਰਤ ਦੇ ਲੋਕਾਂ ਦਾ ਆਉਣਾ ਜਿਹੜਾ ਬੰਦ ਕਰ ਦਿੱਤਾ। ਉਹਨਾਂ ਨੇ ਕਿਹਾ ਉਸ ਤੋਂ ਬਾਅਦ ਦਾ ਮਸਲਾ ਬਾਅਦ ਚ ਵਿਚਾਰਾਂਗੇ। ਹੁਣ ਤੁਸੀਂ ਇਹ ਦੇਖੋ ਵੀ ਉੱਥੋਂ ਦੀ ਸਰਕਾਰ ਜਿਹੜਾ ਨਿਯਮ ਦੇਖ ਕੇ ਲਾਗੂ ਕਰਦੀ ਆ, ਉਹ ਪਹਿਲਾਂ ਆਪਦੇ ਤੇ ਲਾਗੂ ਕਰਦੀ ਹੈ, ਬਾਅਦ ਦੇ ਵਿੱਚ ਲੋਕਾਂ ਤੇ ਲਾਗੂ ਕਰਦੀ ਹੈ। ਭਾਰਤ ਦੇ ਵਿੱਚ ਇਕੱਲੀ ਰਾਏ ਦਿੱਤੀ ਜਾਂਦੀ ਹੈ। ਪ੍ਰਧਾਨ ਮੰਤਰੀ ਸਾਹਿਬ ਕਹਿੰਦੇ ਮਾਸਕ ਪਹਿਨਣਾ ਜ਼ਰੂਰੀ ਹੈ,
ਜਬ ਤੱਕ ਦਵਾਈ ਨਹੀਂ ਤਬ ਤੱਕ ਢਿਲਾਈ ਨਹੀਂ, ਤੇ ਆਪ ਬਿਨਾ ਮਾਸਕ ਪਹਿਨੇ ਤੇ ਰੈਲੀਆਂ ਦੇ ਵਿੱਚ ਜਾਂਦੇ ਆ। ਲੋਕਾਂ ਨੂੰ ਕਹਿੰਦੇ ਸਰੀਰਕ ਦੂਰੀ ਦੇ ਨਿਯਮਾਂ ਦਾ ਪਾਲਣ ਕਰੋ, ਤੇ ਆਪ ਲੱਖਾਂ ਦੀ ਰੈਲੀ ਨੂੰ ਸੰਬੋਧਨ ਕਰਦੇ ਆ। ਲੋਕਾਂ ਨੂੰ ਕਹਿੰਦੇ ਵੀ ਭਾਈ ਤੁਸੀਂ ਬਚਾਅ ਰੱਖਣਾ, ਤੇ ਆਪ ਉਹ ਬਚਾਅ ਨਹੀਂ ਰੱਖਦੇਗੇ। ਉਹਨਾਂ ਦੇ ਭਾਈਵਾਲ ਵੀ ਇਹੋ ਜਿਹੇ ਆ, ਬਾਕੀ ਸਾਰੇ ਵੀ ਇਹੋ ਜਿਹੇ ਆ। ਪੰਜਾਬ ਦੇ ਵਿੱਚ ਵੀ ਰੈਲੀਆਂ ਕਿੰਨੀਆਂ ਹੋਈਆਂ, ਇੱਥੇ ਵੀ ਡਰਾਮਾ ਜਾ। ਪੰਜਾਬ ਦੇ ਮੁੱਖ ਮੰਤਰੀ ਸਾਹਿਬ ਕਹਿੰਦੇ ਵੀ ਬਹੁਤ ਵੱਡੀ ਗਲਤੀ ਕੀਤੀ ਹੈ ਇਸ ਵਕਤ ਜਿਨ੍ਹਾਂ ਨੇ ਰੈਲੀਆਂ ਕੀਤੀਆਂ। ਤੁਹਾਨੂੰ ਪਤਾ ਹੀ ਨਹੀਂ ਇਸ ਗੱਲ ਦਾ ਵੀ ਰੈਲੀਆਂ ਹੋ ਰਹੀਆਂ, ਤੁਹਾਨੂੰ ਇਹ ਪਤਾ ਹੀ ਨਹੀਂ ਵੀ ਪਰਸੋਂ ਫਲਾਣੀ ਥਾਂ ਤੇ ਰੈਲੀ ਹੋਣੀ ਆ। ਜਿਹੜੀ ਪੁਲਿਸ ਕਾਰ ਦੇ ਵਿੱਚ ਬੈਠੇ ਬੰਦਿਆਂ ਨੂੰ ਫੜ ਕੇ ਚਲਾਨ ਕੱਟਦੀ ਆ ਵੀ 2 ਜਾਣੇ ਬੈਠੇ ਮਾਸਕ ਨਹੀਂ ਪਾਇਆ, ਉਹੀ ਪੁਲਿਸ ਉੱਥੇ ਸੁਰੱਖਿਆ ਦੀ ਸ਼ਾਨ ਦੇ ਕੇ ਤੇ ਰੈਲੀ ਕਰਾ ਰਹੀ ਹੁੰਦੀ ਆ। ਉੱਥੇ ਕਿਉਂ ਨਹੀਂ ਫਿਰ ਚਲਾਨ ਕੱਟੇ ਜਾਂਦੇ? ਕਿਹੜੀ ਗੱਲੋਂ ਉੱਥੇ ਇਜਾਜ਼ਤ ਮਿਲਦੀ ਹੈ ਰੈਲੀਆਂ ਦੀ? ਸੋ ਇਹ ਸਾਰਾ ਕੁਝ ਇੱਕ ਡਰਾਮਾ ਜਿਹਾ ਬਣ ਕੇ ਰਹਿ ਗਿਆ। ਅਸੀਂ ਚਾਹੁੰਦੇ ਹਾਂ ਜੀ ਕਿ ਸਾਰੇ ਲੋਕ ਨਿਯਮਾਂ ਦਾ ਪਾਲਣ ਕਰਨ। ਅਸੀਂ ਚਾਹੁੰਦੇ ਵੀ ਮਾਸਕ ਦੀ ਵਰਤੋਂ ਵੀ ਕੀਤੀ ਜਾਵੇ, ਸਰੀਰਕ ਦੂਰੀ ਦੇ ਨਿਯਮਾਂ ਦਾ ਪਾਲਣ ਵੀ ਹੋਵੇ। ਪਰ ਜਿਹੜੇ ਭੰਬਲ ਭੂਸੇ ਲੋਕਾਂ ਦੇ ਮਨਾਂ ਵਿੱਚ ਪੈਦਾ ਹੋਏ ਆ, ਇਹ ਸਰਕਾਰਾਂ ਨੂੰ ਪਹਿਲਾਂ ਰੋਲ ਮਾਡਲ ਆਪ ਬਣਨਾ ਪਊਗਾ। ਪਹਿਲਾਂ ਪ੍ਰਧਾਨ ਮੰਤਰੀ ਜਿਨ੍ਹਾਂ ਨੇ ਹੁਕਮ ਲਾਗੂ ਕਰਨਾ ਉਹ ਉਹੋ ਜਿਹੇ ਬਣ, ਤੇ ਉਹਨਾਂ ਨੂੰ ਵੇਖ ਕੇ ਬਾਕੀ ਲੋਕ ਉਵੇਂ ਬਣ। ਜੇ ਆਪਦੇ ਬਾਰੇ ਕਹਿਣਗੇ ਹਮ ਤੋਂ ਐਸੇ ਹੀ ਹੈ, ਤੇ ਫਿਰ ਲੋਕ ਕਹਿਣਗੇ ਹਮ ਵੀ ਤੋਂ ਐਸੇ ਹੀ ਹੈ। ਫਿਰ ਲੋਕ ਤਾਂ ਇਸ ਗੱਲ ਦਾ ਬਹਾਨਾ ਵੀ ਭਾਲਦੇ ਆ। ਸੋ ਮੈਂ ਨਾ ਹੁਣ ਤਾਂ ਚੁਟਕਲੇ ਵੀ ਬਣ ਗਏ ਇਸ ਮਾਮਲੇ ਦੇ ਉੱਤੇ। ਮੱਧ ਪ੍ਰਦੇਸ਼ ਦੇ ਇੱਕ ਕਾਂਗਰਸ ਦੇ ਵਿਧਾਇਕ ਨੇ ਚੋਣ ਕਮਿਸ਼ਨ ਨੂੰ ਚਿੱਠੀ ਲਿਖੀ ਆ। ਉਹ ਕਹਿੰਦੇ ਜੀ ਮੱਧ ਪ੍ਰਦੇਸ਼ ਦੇ ਵਿੱਚ ਵੀ ਕੋਰੋਨਾ ਦੇ ਕੇਸ ਆਈ ਜਾਂਦੇ ਆ, ਕਿਰਪਾ ਕਰਕੇ ਸਾਡੇ ਸੂਬੇ ਦੇ ਵਿੱਚ ਜਲਦੀ ਜਲਦੀ ਚੋਣਾਂ ਦਾ ਐਲਾਨ ਕਰ ਦਿਓ, ਕਿਉਂਕਿ ਜਿੱਥੇ ਚੋਣਾਂ ਹੁੰਦੀਆਂ ਕੋਰੋਨਾ ਉੱਥੇ ਨਹੀਂ ਆਉਂਦਾ। ਸਾਨੂੰ ਇਸ ਗੱਲ ਦਾ ਪਤਾ ਆ। ਮੈਂ ਕੱਲ ਇੱਕ ਚੁਟਕਲਾ ਪੜਿਆ, ਕਹਿੰਦੇ ਵੀ ਕੋਰੋਨਾ ਕਿਉਂ ਨਹੀਂ ਜਾਂਦਾ ਰੈਲੀਆਂ ਦੇ ਵਿੱਚ? ਕਹਿੰਦੇ ਜੀ ਇਹ ਨਾਬਾਲਗ ਹਲੇ 18 ਸਾਲ ਤੋਂ ਛੋਟਾ, ਤੇ ਚੋਣਾਂ ਦੇ ਵਿੱਚ ਇਹਦਾ ਇਸ ਕਰਕੇ ਇੰਟਰਸਟ ਨਹੀਂ ਹੈਗਾ। ਸੋ ਇਹ ਲੋਕਾਂ ਦੇ ਮਨਾਂ ਦੇ ਵਿੱਚ ਕਿਉਂ ਗੱਲਾਂ ਆਉਂਦੀਆਂ? ਕਿਉਂਕਿ ਸਰਕਾਰਾਂ ਦੇ ਫੈਸਲੇ ਅਵੱਲੇ ਜਿਹੇ ਹੈਗੇ। ਬਿਲਕੁਲ। ਸੋ ਸਰਕਾਰਾਂ ਦੀ ਕਥਨੀ ਤੇ ਕਰਨੀ, ਪ੍ਰਸ਼ਾਸਨ ਦੀ ਕਥਨੀ ਕਰਨੀ ਦੇ ਵਿੱਚ ਫਰਕ ਦੇਖ ਕੇ ਲੋਕ ਕਿਤੇ ਨਾ ਕਿਤੇ ਨਗੈਲੀ ਵਰਤਦੇ ਨੇ। ਪਰ ਅਸੀਂ ਅਪੀਲ ਕਰਦੇ ਹਾਂ ਕਿ ਕੋਰੋਨਾ ਦੇ ਮੱਦੇਨਜ਼ਰ ਆਪਣੀ ਸਿਹਤ ਦਾ ਖਿਆਲ ਰੱਖੋ, ਮਾਸਕ ਜ਼ਰੂਰ ਪਾਓ, ਸੈਨੀਟਾਈਜ਼ਰ, ਸਮਾਜਿਕ ਦੂਰੀ ਦਾ ਖਾਸ ਖਿਆਲ ਰੱਖੋ, ਤਾਂ ਜੋ ਤੁਸੀਂ ਇਸ ਲਾਗ ਦੀ ਬਿਮਾਰੀ ਦੀ ਚਪੇਟ ਵਿੱਚ ਨਾ ਆ ਸਕੋ। ਸੋ ਸਮੇਂ ਦੀ ਨਜ਼ਾਕਤ ਨੂੰ ਵੇਖਦੇ ਹੋਏ ਟਾਣਾ ਸਾਹਿਬ ਆਖਰੀ ਤੇ ਜ਼ਰੂਰੀ ਖਬਰ, ਬੀਤੇ ਦਿਨ ਖਬਰ ਚਰਚਾ ਦਾ ਵਿਸ਼ਾ ਰਹੀ ਹੈ ਕਿ ਆਮ ਆਦਮੀ ਪਾਰਟੀ ਦਾ ਗੱਠਜੋੜ ਹੋ ਸਕਦਾ ਹੈ 2022 ਦੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ। ਗੱਠਜੋੜ ਕਿਸ ਨਾਲ ਹੋ ਸਕਦਾ ਹੈ, ਕੀ ਕਹਿਣਾ ਚਾਹੋਗੇ? ਦੇਖੋ ਖਬਰ ਤਾਂ ਇਹ ਆਈ ਆ ਵੀ ਚੌਥਾ ਫਰੰਟ ਬਣ ਸਕਦਾ। ਚੋਣਾਂ ਤੋਂ ਪਹਿਲਾਂ ਚੌਥਾ, ਪੰਜਵਾਂ, ਛੇਵਾਂ ਫਰੰਟ ਬਹੁਤ ਬਣਦੇ ਆ, ਪਰ ਉਹ ਹੰਢਣਸਾਰ ਨਹੀਂ ਹੁੰਦੇ। ਜਿਵੇਂ ਜਿਵੇਂ ਚੋਣਾਂ ਨੇੜੇ ਆਉਂਦੀਆਂ ਉਵੇਂ ਉਵੇਂ ਪ੍ਰਧਾਨਗੀ ਦੇ ਲਈ, ਲੰਬੜਦਾਰੀ ਦੇ ਲਈ ਲੜਾਈ ਸ਼ੁਰੂ ਹੋ ਜਾਂਦੀ ਆ। ਇਸ ਵੇਲੇ ਵੀ ਪੰਜਾਬ ਦੀ ਰਾਜਨੀਤੀ ਦੇ ਵਿੱਚ ਇੱਕ ਵੱਡਾ ਬਦਲ ਪੈਦਾ ਹੋ ਸਕਦੀਆਂ ਜੇਕਰ ਆਪਦੇ ਸਵਾਰਥ ਤਿਆਗ ਕੇ ਤੇ ਬਾਕੀ ਸਾਰੀਆਂ ਛੋਟੀਆਂ ਪਾਰਟੀਆਂ, ਦਰਮਿਆਨੀਆਂ ਪਾਰਟੀਆਂ ਇੱਕ ਮੰਚ ਦੇ ਉੱਤੇ ਆ ਜਾਣ, ਜਿਹੜੀਆਂ ਰਵਾਇਤੀ ਰਾਜਨੀਤੀ ਤੋਂ ਕੁਝ ਹਟਵਾ ਕਰਨਾ ਚਾਹੁੰਦੀਆਂ। ਪਰ ਜੇ ਇਹ 2 ਮਹੀਨੇ ਪਹਿਲਾਂ ਇਕੱਠੇ ਹੋਣਗੇ ਤਾਂ ਲੋਕ ਵੀ ਇੰਨੇ ਕੁ ਹੈਗੇ ਸਿਆਣੇ, ਕਹਿੰਦੇ ਵੀ ਇਹਨਾਂ ਨੇ ਤਾਂ ਹੁਣੇ ਹੀ ਕੀਤਾ ਗੱਠਜੋੜ। ਆ ਲੋਕ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਵੀ ਕੀਤਾ ਹੀ ਸੀ, ਪਿੰਡ ਪੱਲੇ ਇੱਕ ਵੀ ਸੀਟ ਨਹੀਂ ਪਾਈ। ਸੋ ਇਸ ਕਰਕੇ ਜੇਕਰ ਗੱਠਜੋੜ ਕਰਨਾ ਤਾਂ ਵੇਲੇ ਸਿਰ ਹੁਣ ਕਰਕੇ ਪੰਜਾਬ ਦੇ ਮੁੱਦੇ ਚੁੱਕਣੇ ਪੈਣਗੇ। ਹੁਣ ਮੈਨੂੰ ਸੁਖਦੇਵ ਸਿੰਘ ਢੀਂਡਸਾ ਹੋਰਾਂ ਦੀ ਗੱਲ ਇੱਕ ਬਹੁਤ ਵਧੀਆ ਲੱਗੀ। ਉਹ ਕਹਿੰਦੇ ਵੀ ਪੁਰਾਣੀਆਂ ਗੱਲਾਂ ਛੱਡੋ, ਮੈਨੂੰ ਜਿਵੇਂ ਪਰਮਿੰਦਰ ਢੀਂਡਸਾ ਪਿਆਰਾ ਉਵੇਂ ਮੈਨੂੰ ਭਗਵੰਤ ਮਾਨ ਵੀ ਪਿਆਰਾ। ਉਹ ਕਹਿੰਦੇ ਵੀ ਆਮ ਆਦਮੀ ਪਾਰਟੀ ਦੇ ਨਾਲ ਸਾਡਾ ਗੱਠਜੋੜ ਹੋਣ ਦੀਆਂ ਪੂਰੀਆਂ ਗੱਲਾਂ ਹੋ ਗਈਆਂ। ਰਗਵ ਚੱਡਾ ਦੇ ਨਾਲ ਜਿਹੜੀ ਮੀਟਿੰਗ ਹੋ ਚੁੱਕੀ ਆ, ਪਰ ਉਤੋਂ ਹੋਰ ਹੀ ਸੱਪ ਕੱਢ ਮਾਰਿਆ ਹਰਪਾਲ ਚੀਮਾ ਹੋਰਾਂ ਨੇ। ਉਹ ਕਹਿੰਦੇ ਜੀ ਆਮ ਆਦਮੀ ਪਾਰਟੀ ਕਿਸੇ ਨਾਲ ਗੱਠਜੋੜ ਨਹੀਂ ਕਰਦੀ ਹੁੰਦੀ। ਇਹ ਤਾਂ ਜੀ ਜੇਕਰ ਤੁਸੀਂ ਸਾਡੀ ਪਾਰਟੀ 'ਚ ਸ਼ਾਮਲ ਹੋਣਾ ਤੁਸੀਂ ਹੋ ਸਕਦੇ ਆ, ਪਰ ਪਾਰਟੀ ਨੇ ਕਦੇ ਨਹੀਂ ਇਹ ਗੱਲ ਕਰਨੀ। ਮੇਰਾ ਖਿਆਲ ਆ ਵੀ ਇਹ ਕਾਲੇ ਕਦਮੀ ਦਿੱਤੇ ਗਏ ਬਿਆਨ ਆ। ਵੇਲੇ ਮੁਤਾਬਕ ਬਹੁਤ ਵੱਡੇ ਵੱਡੇ ਫੈਸਲੇ ਕਰਨੇ ਪੈਂਦੇ ਆ। ਜੇ ਤੁਸੀਂ ਇਕੱਲੇ ਇਕੱਲੇ ਲੜੀ ਗਏ ਤਾਂ ਤੁਹਾਡੇ ਪਿੰਡ ਪੱਲੇ ਕੱਖ ਨਹੀਂ ਪੈਣਾਗਾ। ਪਿਛਲੀ ਵਾਰ ਇੰਨੀ ਵੱਡੀ ਲਹਿਰ ਸੀ ਤੇ ਸੀਟਾਂ ਵੀ ਮਿਲ ਗਈਆਂ, ਤੇ ਐਤਕੀ ਲਹਿਰ ਵੀ ਹੈ ਨਹੀਂਗੀ, ਤੇ ਆਉਂਦੇ ਸਮੇਂ 'ਚ ਕੀ ਬਣੂਗਾ? ਇਸ ਕਰਕੇ ਆਮ ਆਦਮੀ ਪਾਰਟੀ ਨੂੰ ਥੋੜਾ ਜਿਹਾ ਲਚਕੀਲਾ ਹੋ ਕੇ ਫੈਸਲੇ ਕਰਨੇ ਚਾਹੀਦੇ ਆ। ਨਾਲੇ ਹਰਪਾਲ ਚੀਮਾ ਨੇ ਥੋੜੀ ਫੈਸਲਾ ਕਰਨਾ ਵੀ ਭਾਈ ਆਪਾਂ ਗੱਠਜੋੜ ਕਰਨਾ ਕਿ ਨਹੀਂ ਕਰਨਾ। ਉਹ ਤਾਂ ਆਪ ਕੇਜਰੀਵਾਲ ਦਾ ਵੱਜਾ। ਜੇ ਕੇਜਰੀਵਾਲ ਇੱਕ ਟਵੀਟ ਕਰਕੇ ਖਹਿਰੇ ਨੂੰ ਲਾ ਸਕਦਾ ਤੇ ਫਿਰ ਹਰਪਾਲ ਚੀਮੇ ਦੀ ਕਿਵੇਂ ਮੰਨੂ? ਸਵਾਲ ਤਾਂ ਇਹ ਵੀ ਪੈਦਾ ਹੁੰਦਾ। ਸੋ ਬਹੁਤ ਕੁਝ ਆਉਂਦੇ ਸਮੇਂ ਦੇ ਵਿੱਚ ਸਾਹਮਣੇ ਆਊਗਾ ਜੀ। ਬਿਲਕੁਲ। ਸੋ 2022 ਦੀਆਂ ਚੋਣਾਂ ਦੇ ਮੱਦੇਨਜ਼ਰ ਹਰ ਸਿਆਸੀ ਪਾਰਟੀ ਆਪਣੀ ਸਿਆਸੀ ਜ਼ਮੀਨ ਤਲਾਸ਼ਣ ਦੀ ਕੋਸ਼ਿਸ਼ ਕਰ ਰਹੀ ਹੈ। ਸੋ ਇਹ ਕੀ ਨਵਾਂ ਰੰਗ ਰੂਪ ਲਏਗੀ ਪੰਜਾਬ ਦੀ ਸਿਆਸਤ ਆਉਣ ਵਾਲੇ ਦਿਨਾਂ ਦੇ ਵਿੱਚ, ਇਸ ਦੀ ਹਰ ਅਪਡੇਟ ਦਿੰਦੇ ਰਵਾਂਗੇ। ਅੱਜ ਦੇ ਪ੍ਰੋਗਰਾਮ ਦੇ ਵਿੱਚ ਇੰਨਾ ਹੀ। ਹੁਣ ਮੈਨੂੰ ਪਰਮਜੀਤ ਕੌਰ ਸਾਨੀ ਅਤੇ ਸੀਨੀਅਰ ਪੱਤਰਕਾਰ ਸੋਹਣ ਸਿੰਘ ਟਾਣਾ ਜੀ ਨੂੰ ਇਜਾਜ਼ਤ। ਤੁਸੀਂ ਵੇਖਦੇ ਰਹੋ ਅਜੀਤ ਵੈਬ ਟੀਵੀ। ਧੰਨਵਾਦ। ਦੇਸ਼ ਦੁਨੀਆ ਦੀਆਂ ਤਾਜ਼ਾ ਖਬਰਾਂ ਦੇ ਲਈ ਹੁਣੇ ਪਲੇ ਸਟੋਰ ਤੋਂ ਡਾਊਨਲੋਡ ਕਰੋ ਪੰਜਾਬ ਦੀ ਆਵਾਜ਼ ਅਜੀਤ ਨਿਊਜ਼ ਐਪ। ਹੁਣ ਤੁਹਾਡਾ ਆਪਣਾ ਅਜੀਤ ਹਰ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਉਪਲਬਧ ਹੈ। ਫੇਸਬੁੱਕ ਦੇ ਉੱਤੇ ਹੁਣੇ ਲਾਈਕ ਤੇ ਫੋਲੋ ਕਰੋ ਅਜੀਤ ਦਾ ਅਫੀਸ਼ੀਅਲ ਪੇਜ ਡੇਲੀ ਅਜੀਤ, ਤੇ ਹਾਂ ਨਾਲ ਹੀ ਦੋਸਤਾਂ ਨੂੰ ਪੇਜ ਲਾਈਕ ਕਰਨ ਦੇ ਲਈ ਇਨਵਾਈਟ ਕਰਨਾ ਨਾ ਭੁੱਲਣਾ। ਇੰਨਾ ਹੀ ਨਹੀਂ, ਹਿੰਦੀ ਦੇ ਵਿੱਚ ਖਬਰਾਂ ਵਾਸਤੇ ਲਾਈਕ ਤੇ ਫੋਲੋ ਕਰੋ ਸਾਡਾ ਫੇਸਬੁੱਕ ਪੇਜ ਅਜੀਤ ਸਮਾਚਾਰ ਹਿੰਦੀ। YouTube